अस्सलामुअलैकुम। नाइट सूट ਜਿਹੜਾ ਗੋਰੀਆਂ ਗੋਰਿਆਂ ਵਾਸਤੇ ਇੱਕ ਆਮ ਜੀ ਗੱਲ ਹੁੰਦੀ ਹੈ। ਇਹ ਆਪਣੇ ਬੱਚਿਆਂ ਦੇ ਸਾਹਮਣੇ ਵੀ ਉਸੇ ਸੂਟ 'ਚ ਪੇ ਫਿਰਦੇ ਨੇ। ਹੋਰ ਛੱਡ ਕੇ ਕਾਰਕੁਮ ਮਹਿਮਾਨ ਆ ਜਾਏ ਉਹਦੇ ਨਾਲ ਵੀ ਕਾਫੀ ਵਗੈਰਾ ਨਾਸ਼ਤਾ ਵਗੈਰਾ ਉਸੇ ਸੂਟ 'ਚ ਕਰਦੇ ਨੇ। ਇਹ ਇਤਨਾ ਸੀਰੀਅਸ ਮਸਲਾ ਨਹੀਂ ਹੈ, ਲੇਕਿਨ ਸਾਡੇ ਵਾਸਤੇ ਤੇ ਬੜਾ ਸੀਰੀਅਸ ਮਸਲਾ ਹੈ। ਸਾਡੇ ਸਾਹਮਣੇ ਕੋਈ ਗੋਰੀ ਆ ਜਾਏ ਨਾਈਟ ਸੂਟ 'ਚ ਲਿਆ ਕੇ ਤੁਹਾਨੂੰ ਕਾਫੀ ਦੇ, ਤੁਹਾਨੂੰ ਨਾਸ਼ਤਾ ਕਰਾਏ, ਸਾਰਾ ਨਜ਼ਾਰਾ ਤੁਸੀਂ ਲਾਈਵ ਦੇਖੋ, ਤੁਹਾਡੀ ਤੇ ਚੱਸ ਹੋ ਗਈ ਨਾ। ਤੁਸੀਂ ਅੱਖਾਂ ਠੰਡੀਆਂ ਕਰਨ ਵਾਸਤੇ ਸਪੈਸ਼ਲ ਸਮੁੰਦਰ ਤੇ ਜਾਂਦੇ ਹੋ ਤਾਂ ਜਾ ਕੇ ਤੁਹਾਨੂੰ ਕਿਹੜੇ ਸਕੂਨ ਆਉਂਦਾ। ਜੇ ਤੁਹਾਨੂੰ ਕਿਸੇ ਦੇ ਘਰ ਹੀ ਇਸ ਤਰ੍ਹਾਂ ਨਜ਼ਾਰਾ ਮਿਲ ਜੇ ਤੇ ਕਿਆ ਹੀ ਬਾਤ ਹੈ। ਜਵਾਨ ਇੱਕ ਮਿਸਤਰੀਆਂ ਦਾ ਕੰਮ ਕਰਦਾ ਸੀ ਤੇ ਬੜਾ ਹੀ ਸੋਹਣਾ ਕੰਮ ਕਰਦਾ, ਲੇਕਿਨ ਇੱਕ ਵੱਡਾ ਮਸਲਾ ਆ, ਉਹਦੇ ਕੋਲ ਯੂਰਪ ਦੇ ਪੇਪਰ ਕੋਈ ਨਹੀਂ ਸੀ, ਲੇਕਿਨ ਉਹਦਾ ਦਿਮਾਗ ਬੜਾ ਕੰਮ ਕਰਦਾ ਸੀ। ਚੱਸ ਵੀ ਬੜੀ ਉਹਨੇ ਜ਼ਿੰਦਗੀ 'ਚ ਲਈ ਹੈ। ਉਹ ਇੰਜ ਕਰਦਾ ਸੀ, ਇਸ਼ਤਿਹਾਰ ਛਪਵਾ ਕੇ ਤੇ ਜਾ ਕੇ ਲੋਕਾਂ ਦੇ ਲੈਟਰ ਬਕਸਾਂ 'ਚ ਸੱਟਦਾ ਸੀ। ਕੋਈ ਨਾ ਕੋਈ ਉਹਨੂੰ ਫੋਨ ਮਾਰ ਲੈਂਦਾ ਸੀ, ਕਿਸੇ ਨੇ ਟੈਲਾਂ ਲਵਾਉਣੀਆਂ ਨੇ ਜਾਂ ਘਰ ਥੋੜਾ ਮੁਰੰਮਤ ਕਰਾਉਣਾ ਹੈ, ਚੰਗੇ ਭਲੇ 2 ਤੋਂ 2.5 ਯੂਰੋ ਇਸ ਤਰ੍ਹਾਂ ਕਮਾ ਲੈਂਦਾ ਆ। ਉਹਨੇ ਬੜੀ ਚੱਸ ਬਣਾਈ ਸੀ। ਡੇਰੇ ਤੇ ਹੋਰ ਵੀ ਮੁੰਡੇ ਨਾਲ ਰਹਿੰਦੇ ਸੀ, ਉਹ ਵਿਹਲੇ ਸੀ, ਲੇਕਿਨ ਇਹ ਜਿਹੜਾ ਕੰਮ ਕਰਦਾ ਵੀਕਐਂਡ ਤੇ ਜਨਾਬ ਜਿਸਲੇ ਉਹਨੂੰ ਪੈਸੇ ਲੱਭਦੇ ਸੀ ਲੈ ਕੇ ਆਪਣੇ ਤਿਆਰ ਸ਼ਿਆਰ ਹੋ ਕੇ ਸ਼ਾਮੀ ਚੱਸ ਵਾਸਤੇ ਨਿਕਲ ਜਾਂਦਾ ਆ। ਉਹ ਕਹਿੰਦਾ ਮੇਰੀ ਭਾਈ ਕਦ ਹੈ, ਪੈਸੇ ਖੁੱਲੇ ਕਮਾਏ ਨੇ, ਲੇਕਿਨ ਚੱਸ ਜਿਹੜੀ ਹੈ ਉਹ ਜ਼ਰੂਰੀ ਹੈ। ਚੱਸ ਨਹੀਂ ਲੈਣੀ ਤੇ ਜ਼ਿੰਦਗੀ ਦਾ ਕੀ ਮਜ਼ਾ ਯੂਰਪ 'ਚ ਰਹਿਣ ਦਾ। ਉਹ ਮੁੰਡੇ ਦੂਜੇ ਕਹਿੰਦੇ ਯਾਰ ਸਾਨੂੰ ਵੀ ਨਾਲ ਕੰਮ ਤੇ ਲੈ ਜਾ। ਮੁੰਡਾ ਕਹਿੰਦਾ ਯਾਰ ਮੈਂ ਉਹਦੇ ਨਾਲ ਹੀ ਮਿਲ ਜਾਂਦਾ ਸਾਂ, ਕਿਸੇ ਤਰੀਕੇ ਨਾਲ ਇਹਦੇ ਦਿਲ 'ਚ ਜਗ੍ਹਾ ਬਣਾ ਲਾਂ ਤਾਂ ਕਿ ਮੈਨੂੰ ਆਪਣੇ ਨਾਲ ਕੰਮ ਤੇ ਲਾ ਲੇ। ਕਹਿੰਦਾ ਹਾਲਾਂਕਿ ਮੈਨੂੰ ਇਹ ਆਦਤਾਂ ਪਸੰਦ ਨਹੀਂ ਸੀ, ਕਹਿੰਦਾ ਹਰ ਵਕਤ ਗੰਦੀਆਂ ਗੱਲਾਂ ਕਰਦਾ ਰਹਿੰਦਾ ਸੀ, ਲੇਕਿਨ ਮੈਂ ਕਦੇ ਸੀਰੀਅਸ ਨਹੀਂ ਸੀ ਲਿਆ, ਲੇਕਿਨ ਮੈਂ ਉਹਦੇ ਨਾਲ ਵਾਕਈ ਜਿਹੜਾ ਚੱਸ ਲੈਂਦਾ ਰਹਿੰਦਾ ਸਾਂ ਤਾਂ ਕਿ ਮੈਨੂੰ ਆਪਣੇ ਨਾਲ ਕੰਮ ਤੇ ਲੈ ਜੇ। ਕਹਿੰਦਾ ਮੈਂ ਉਹਨੂੰ ਆਖਿਆ ਕਿ ਮੈਨੂੰ ਕੰਮ ਤੇ ਨਾਲ ਲੈ ਜਾ। ਉਹਨੇ ਆਖਿਆ ਠੀਕ ਹੈ ਤੈਨੂੰ ਵੀ ਕੰਮ ਤੇ ਲੈ ਜਾਵਾਂਗਾ। ਕਹਿੰਦਾ ਘਰ ਆਇਆ, ਉਹਨੇ ਇਤਨੇ ਜ਼ਿਆਦਾ ਇਸ਼ਤਿਹਾਰ ਛਪਵਾਏ। ਕਹਿੰਦਾ ਚੱਲ ਮੇਰੇ ਨਾਲ ਹੁਣ ਇਸ਼ਤਿਹਾਰ ਸੱਟਨੇ ਆ, ਜੇ ਕੋਈ ਕੰਮ ਇਸ ਏਰੀਏ 'ਚ ਲੱਭਾ ਤੇ ਤੈਨੂੰ ਵੀ ਨਾਲ ਉੱਥੇ ਕੰਮ ਤੇ ਲੈ ਜਾਵਾਂਗਾ, ਤੈਨੂੰ ਅੱਧੇ ਪੈਸੇ ਵੀ ਦਿਆਂਗਾ। ਕਹਿੰਦਾ ਮੈਂ ਬੜਾ ਖੁਸ਼ ਹੋਇਆ, ਮੈਂ ਵਿਹਲਾ ਘਰ, ਮੇਰਾ ਲੱਕ ਵੀ ਦਰਦ ਕਰਨ ਲੱਗ ਪਿਆ ਲੰਮਿਆ ਪੈ ਕੇ। ਕਹਿੰਦਾ ਠੀਕ ਹੈ ਭਾਈ ਮੈਂ ਤੁਹਾਡੇ ਨਾਲ ਚੱਲਣਾ। ਕਹਿੰਦਾ ਜਿਹੜੀ ਕੋਈ ਕੁੜੀ ਨੰਮਦੀ ਉਹਨੂੰ ਸੀਟੀਆਂ ਮਾਰਦਾ ਸੀ, ਔਰ ਛੱਡ ਕੇ ਉਹਦੇ ਗੌਰ ਨਾਲ ਤੱਕਦਾ ਆ ਬੜਾ। ਕਹਿੰਦਾ ਮੈਂ ਜਿਹੜਾ ਇਸ਼ਤਿਹਾਰ ਜਿਸ ਤਰ੍ਹਾਂ ਮੈਨੂੰ ਆਖਿਆ ਸੀ ਨਾ ਉਸੇ ਤਰ੍ਹਾਂ ਮੈਂ ਸੱਟੀ ਆਉਂਦਾ ਲੈਟਰ ਬਾਕਸ ਤੋਂ। ਕਹਿੰਦਾ ਪੂਰੀ ਦਿਹਾੜ ਮੇਰੀਆਂ ਲੱਤਾਂ ਨਿਕਲ ਗਈਆਂ। ਕਹਿੰਦਾ ਇਸ਼ਤਿਹਾਰ ਸੱਟ ਕੇ ਕਹਿੰਦਾ ਤੂੰ ਫਿਕਰ ਨਾ ਕਰ, 2 ਦਿਹਾੜੇ ਤੂੰ ਮੇਰੇ ਨਾਲ ਇਸ਼ਤਿਹਾਰ ਸੱਟ, ਤੂੰ ਦੇਖੀ ਕਿਧਰੋਂ ਨਾ ਕਿਧਰੋਂ ਫੋਨ ਆ ਜਾਏਗਾ। ਮੇਰਾ ਬੜਾ ਤਜਰਬਾ ਹੈ, ਮੈਂ ਰੱਜ ਪੈਸੇ ਇਸ ਤਰ੍ਹਾਂ ਕਮਾਨਾ। ਕਹਿੰਦਾ ਮੈਂ ਕਿਹਾ ਠੀਕ ਹੈ। ਕਹਿੰਦਾ ਦੂਜੇ ਦਿਨ ਫਿਰ ਉਹਦੇ ਨਾਲ ਕਹਿੰਦਾ ਰਾਤੀ ਹਾਲਾਂਕਿ ਲੱਤਾਂ ਮੇਰੀਆਂ ਆਕੜ ਗਈਆਂ ਟੁਰ ਕੇ। ਕਹਿੰਦਾ ਲੇਕਿਨ ਕੰਮ ਦੀ ਜ਼ਰੂਰਤ ਹੈ। ਮੈਂ ਕਿਹਾ ਜਿਸ ਤਰ੍ਹਾਂ ਇਹ ਆਖਦਾ ਉਂਝ ਹੀ ਕਰਨਾ। ਕਹਿੰਦਾ ਦੂਜੇ ਦਿਨ ਫਿਰ ਮੈਨੂੰ ਨਾਲ ਲੈ ਗਿਆ। ਕਹਿੰਦਾ ਸਿਰਫ ਪੂਰੀ ਦਿਹਾੜ 'ਚ ਇੱਕ ਪਾਣੀ ਦੀ ਬੋਤਲ ਪੀਤੀ ਸੀ, ਹੋਰ ਕੁਝ ਵੀ ਨਹੀਂ ਸੀ। ਕਹਿੰਦਾ ਸਾਰੀ ਦਿਹਾੜੀ ਫਰਾ ਕੇ ਮੈਨੂੰ ਕਹਿੰਦਾ ਇਸ਼ਤਿਹਾਰ ਸੱਟ ਕੇ ਕਹਿੰਦਾ ਆਪੂ ਥੋੜੇ ਸੱਟਦਾ ਸੀ ਮੈਨੂੰ। ਕਹਿੰਦਾ ਇਸ ਗਲੀ ਵੜ ਜਾ, ਉਸ ਗਲੀ ਵੜ ਜਾ। ਕਹਿੰਦਾ ਮੈਂ ਜਾ ਕੇ ਇਸ਼ਤਿਹਾਰ ਸੱਟੀ ਆਉਂਦਾ ਸੀ। ਕਹਿੰਦਾ ਜਿਸ ਇਸ਼ਤਿਹਾਰ ਸੱਟੇ ਵਾਕਈ 2-3 ਦਿਹਾੜਿਆਂ ਬਾਅਦ ਉਹਨੂੰ ਕਾਲ ਆ ਗਈ ਕੰਮ ਦੀ। ਕਹਿੰਦਾ ਉਹਨੇ ਆਖਿਆ ਜੀ ਇਸ ਤਰ੍ਹਾਂ ਅਸੀਂ ਕੰਮ ਕਰਵਾਉਣਾ ਹੈ, ਜੇ ਤੇਰੇ ਕੋਲ ਟਾਈਮ ਹੈ ਤੇ ਆ ਕੇ ਕੰਮ ਤੱਕ ਲੈ। ਕਹਿੰਦਾ ਮੈਨੂੰ ਕਹਿੰਦਾ ਤੱਕਿਆ ਹੀ ਜਿਸ ਏਰੀਏ 'ਚ ਅਸਾਂ ਇਸ਼ਤਿਹਾਰ ਸੱਟੇ ਨੇ ਉਧਰੋਂ ਕਾਲ ਆ ਗਈ ਹੈ, ਹੁਣ ਤੂੰ ਟੈਨਸ਼ਨ ਨਾ ਲੈ, ਤੂੰ ਸਮਝ ਕੇ ਤੂੰ ਕੰਮ ਤੇ ਟੁਰ ਗਈ। ਕਹਿੰਦਾ ਦੂਸਰੇ ਮੁੰਡਿਆਂ ਵੀ ਕੰਨ ਸਾਹ ਲੈ ਬਈ ਇਹ ਤੇ ਕੰਮ ਤੇ ਟੁਰ ਚੱਲਿਆ। ਕਹਿੰਦਾ ਮੈਂ 2-3 ਦਿਹਾੜੇ ਦੇ ਨਾਲ ਗਿਆ ਜੇ ਸਾਂ, ਇਸ ਵਕਤ ਇਹਨੇ ਮੈਨੂੰ ਹੀ ਖੜਨਾ ਸੀ। ਕਹਿੰਦਾ ਮੁੰਡੇ ਕਹਿੰਦੇ ਯਾਰ ਇਹਨੂੰ ਆਹ ਅਸੀਂ ਵੀ ਨਾਲ ਹੋ ਕੇ ਇਸ਼ਤਿਹਾਰ ਸੱਟਨੇ ਆ ਤੇ ਸਾਨੂੰ ਵੀ ਨਾਲ ਹੈ। ਕਹਿੰਦਾ ਠਹਿਰ ਜੋ, ਮੈਨੂੰ ਜਾ ਲੈਣ ਦਿਓ, ਜੇ ਕੰਮ ਸੈੱਟ ਹੋਇਆ ਤੇ ਠੀਕ ਹੈ ਮੈਂ ਆਖਾਂਗਾ ਤੁਹਾਨੂੰ ਵੀ ਲੈ ਜਾਏਗਾ, ਤੁਸੀਂ ਇਸ਼ਤਿਹਾਰ ਸੱਟਿਓ ਉਸ ਏਰੀਏ 'ਚ ਜਿਹੜਾ ਕੰਮ ਆਇਆ ਤੁਸੀਂ ਜਾ ਕੇ ਕਰ ਲਵਿਓ। ਕਹਿੰਦਾ ਮੈਂ ਬੜਾ ਖੁਸ਼ ਹਾਂ। ਕਹਿੰਦਾ ਮੈਨੂੰ ਲੈ ਗਿਆ ਨਾਲ, ਚਲਾ ਕੰਮ ਤੱਕ ਕੇ ਆਵੀਏ। ਕਹਿੰਦੇ ਕੰਮ ਤੱਕਣ ਗਏ, ਉੱਥੇ ਗੋਰੀ ਆਈ ਨਾਈਟ ਸੂਟ 'ਚ ਜਨਾਬ। ਕਹਿੰਦਾ ਸੁਬਾਹ ਦਾ ਟਾਈਮ ਆਇਆ ਜਿਸਲੇ ਆਈ ਬਾਹਰ। ਕਹਿੰਦਾ ਉਹਨੇ ਦੱਸਿਆ ਕਿ ਇਸ ਤਰ੍ਹਾਂ ਤੂੰ ਫੋਨ ਕੀਤਾ, ਤੂੰ ਕੰਮ ਕਰਾਉਣਾ ਹੈ। ਕਹਿੰਦੇ ਬਿਲਕੁਲ ਕੰਮ ਕਰਾਉਣਾ ਹੈ। ਕਹਿੰਦਾ ਜਿਸਲੇ ਅੰਦਰ ਗਏ ਕਹਿੰਦਾ ਓਏ ਹੋ ਬੜੀ ਚੱਸ ਵਾਲੀ ਹੈ, ਬੜਾ ਇਹਦਾ ਫਿਗਰ ਹੈ, ਫਿੱਟ ਹੈ। ਜ਼ਾਹਿਰੀ ਗੱਲ ਹੈ ਇਹ ਲੋਕ ਆਪਣੇ ਆਪ ਨੂੰ ਫਿੱਟ ਤੇ ਰੱਖਦੇ ਨੇ, ਜੋ ਮਰਜ਼ੀ ਹੋ ਜੇ ਵਰਜ਼ਿਸ਼ਾਂ ਕਰਦੇ ਨੇ ਤਾਂ ਹੀ ਫਿੱਟ ਨਜ਼ਰ ਆਉਂਦੇ ਨੇ। ਨਾਈਟ ਸੂਟ ਤੱਕ ਕੇ ਜਵਾਨ ਹੋਰ ਕੋਈ ਸ਼ੈ ਨਹੀਂ ਸੀ ਤੱਕਦਾ ਪਿਆ, ਨਾ ਕੰਮ ਪਿਆ ਤੱਕਦਾ ਸੀ, ਉਹਦਾ ਸਾਰਾ ਧਿਆਨ ਉਸ ਗੋਰੀ ਵਿੱਚ ਹੀ ਆਇਆ। ਕਹਿੰਦਾ ਮੈਂ ਕਿਹਾ ਬਾਬਾ ਜੀ ਇੱਧਰ ਕੰਮ ਵੱਲ ਵੀ ਧਿਆਨ ਦਿਓ। ਕਹਿੰਦਾ ਤੂੰ ਟੈਨਸ਼ਨ ਨਾ ਲੈ, ਮੇਰਾ ਸਾਰਾ ਧਿਆਨ ਹੈ ਇੱਧਰ ਹੈ, ਨਾਲ ਥੋੜਾ ਨਜ਼ਾਰਾ ਵੀ ਕਰ ਲਈਏ, ਅੱਖਾਂ ਠੰਡੀਆਂ ਕਰ ਲਈਏ। ਕਹਿੰਦਾ ਨਾਲ ਉਹਨੇ ਦੱਸਿਆ ਕਿ ਇੱਥੇ ਮੈਂ ਦੀਵਾਰ ਬਣਾਉਣੀ ਹੈ ਬਲਾਕਾਂ ਦੀ, ਤੇ ਤੂੰ ਇਹ ਦੱਸ ਤੇ ਕਿੰਨੇ ਪੈਸੇ ਲਵੇਂਗਾ, ਸਮਾਨ ਸਾਰਾ ਜਿਹੜਾ ਉਹ ਪੇ ਹੈ ਉਹ ਤੂੰ ਇਸਤੇਮਾਲ ਕਰਨਾ ਹੈ। ਕਹਿੰਦਾ ਸਾਰਾ ਤਾਕ ਕੇ ਨਾ ਉਹਨੇ ਆਖਿਆ ਪੈਸੇ ਜਿਸ ਉਹਨੇ ਰੇਟ ਦੱਸਿਆ ਨਾ ਗੋਰੀ ਨੇ ਆਖਿਆ ਜ਼ਿਆਦਾ ਹੈ, ਥੋੜਾ ਜਿਹਾ ਘਟਾ। ਉਹਨੇ ਆਖਿਆ ਠੀਕ ਹੈ ਜਿੰਨਾ ਤੂੰ ਆਖਣੀ ਉਤਨਾ ਠੀਕ ਹੈ। ਕਹਿੰਦਾ 1200 ਯੂਰੋ 'ਚ ਸਾਡੀ ਗੱਲ ਮੁੱਕੀ। ਕਹਿੰਦਾ ਸ਼ੁਰੂ ਕਦੋਂ ਕਰੇਗਾ? ਕਹਿੰਦਾ ਅਸੀਂ ਜਿਹੜਾ ਸੁਬਹ ਹੀ ਸ਼ੁਰੂ ਕਰ ਲਾਂ। ਕਹਿੰਦਾ ਉਹਨੂੰ ਤਾਂ ਨਹੀਂ ਸੀ ਨਾ ਪਤਾ ਅਸੀਂ ਵਿਹਲੇ ਆ, ਸ਼ੁਕਰ ਕੀਤਾ ਕੰਮ ਲੱਭਿਆ ਸਾਨੂੰ। ਉਹਨੇ ਆਖਿਆ ਠੀਕ ਹੈ ਤੁਸੀਂ ਕੰਮ ਸ਼ੁਰੂ ਕਰ ਲਓ। ਕਹਿੰਦਾ ਸਾਰੀਆਂ ਮਸਾਲਾ ਮਿਕਸ ਕਰਨ ਵਾਲੀ ਹੋਰ ਵੀ ਜਿਹੜੇ ਬਲਾਕ ਵਗੈਰਾ ਸਭ ਕੁਝ ਉੱਥੇ ਪਿਆ ਸੀ। ਕਹਿੰਦਾ ਮੈਨੂੰ ਕਹਿੰਦਾ ਲੈ ਖੁਸ਼ ਹੈ ਹੁਣ, ਸੁਬਹ ਅਸੀਂ ਇੱਥੇ ਕੰਮ ਤੇ ਆਉਣਾ, ਸੁਬਹ 7 ਵਜੇ ਤੂੰ ਇੱਥੇ ਕੰਮ ਤੇ ਮੇਰੇ ਨਾਲ ਪਹੁੰਚ ਆਉਣਾ। ਕਹਿੰਦਾ ਮੈਂ ਬੜਾ ਖੁਸ਼ ਆ ਕੇ ਡੇਰੇ ਤੇ ਦੱਸਿਆ ਲੋ ਬਈ
ਮੈਨੂੰ ਤੇ ਕੰਮ ਲੱਭ ਗਿਆ 1200 ਯੂਰੋ ਦਾ ਲੱਭਾ ਸੂ ਤੇ 600 ਮੇਰਾ ਤੇ 600 ਇਹਦਾ ਹੈ। ਮੈਨੂੰ ਕਹਿੰਦਾ ਮੈਨੂੰ ਤੇ ਬੜੀ ਚੱਸ ਆਵੇਗੀ ਹੁਣ। ਕਹਿੰਦਾ ਮੈਂ ਬੜਾ ਖੁਸ਼ ਹਾਂ, ਸੁਬਾਹ ਉੱਠ ਕੇ ਉਹਦੇ ਵਾਸਤੇ ਵੀ ਰੋਟੀ ਬਣਾਈ, ਆਪਣੇ ਵਾਸਤੇ ਵੀ ਮੈਂ ਰੋਟੀ ਬਣਾਈ। ਕਹਿੰਦਾ ਜਿਸੇ ਰੋਟੀਆਂ ਬਣਾ ਰਿਹਾ ਨਾ, ਮੈਨੂੰ ਕਹਿੰਦਾ ਇਹ ਕਿਉਂ ਰੋਟੀਆਂ ਬਣਾਈਆਂ ਨਹੀਂ? ਕਹਿੰਦਾ ਮੈਂ ਕਿਹਾ ਉੱਥੇ ਖਾਣੀ ਨਹੀਂ। ਉਹ ਕਹਿੰਦਾ ਬਾਬਾ ਗੋਰਿਆਂ ਦੇ ਘਰ ਕੰਮ ਕਰਨ ਜਾ ਰਹੇ ਹਾਂ, ਉੱਥੇ ਜਾ ਕੇ ਉਹਨਾਂ ਨੂੰ ਆਖਾਂਗੇ ਸਾਨੂੰ ਕੋਈ ਚੀਜ਼ ਲਿਆ ਕੇ ਦਿਓ, ਕੋਈ ਪੀਜ਼ਾ ਮੰਗਾ ਕੇ ਦਿਓ, ਕੋਈ ਸ਼ਵਾਰਮਾ ਮੰਗਾ ਕੇ ਦਿਓ। ਕਹਿੰਦਾ ਚੱਸ ਲੈਣੀ ਹੈ ਉੱਥੇ ਜਾ ਕੇ ਰੋਟੀਆਂ। ਕਹਿੰਦਾ ਮੇਰੀ ਨਾ ਬੰਨੀ। ਕਹਿੰਦਾ ਮੈਂ 12 ਰੋਟੀਆਂ ਬੰਨ ਲਈਆਂ ਸੀ। ਕਹਿੰਦਾ ਟੁਰ ਗਏ ਉੱਥੇ ਕੰਮ ਤੇ। ਕਹਿੰਦਾ ਅੱਗੂ ਦਾ ਜਣਾ ਵੀ ਆਇਆ, ਜਨਾਨੀ ਜਿਸੇ ਨਾਈਟ ਸੂਟ 'ਚ ਬਾਹਰ ਫੇਰ ਆਈ। ਕਹਿੰਦਾ ਉਹਦੇ ਵੱਲ ਤੱਕੀ ਜੇ। ਕਹਿੰਦਾ ਜਣਾ ਜਿਹੜਾ ਮੇਰੇ ਨਾਲ ਗੱਪਾਂ ਲਾਈ ਜੇ, ਇੱਥੋਂ ਦੀਵਾਰ ਇੰਜ ਬਣਾਉਣੀ ਹੈ, ਇਹ ਨਿਸ਼ਾਨ ਹੈ, ਇੰਜ ਹੈ। ਕਹਿੰਦਾ ਸਾਰਾ ਸੀ ਤੱਕਿਆ। ਕਹਿੰਦਾ ਪਰ ਥੋੜ੍ਹੀ ਦੇਰ ਅਸੀਂ ਕੰਮ ਕੀਤਾ, ਜਣਾ ਉਹਦਾ ਤਿਆਰ ਹੋ ਕੇ ਟੁਰ ਗਿਆ। ਕਹਿੰਦਾ ਉਹ ਇਹ ਉਸੇ ਤਰ੍ਹਾਂ ਨਾਈਟ ਸੂਟ ਸੀ, ਆਈ ਬਾਹਰ ਆ ਕੇ ਕਹਿੰਦੀ ਹੈ ਤੁਸੀਂ ਨਾਸ਼ਤਾ ਕਰਨਾ ਹੈ? ਕਹਿੰਦਾ ਫਟਾਫਟ ਦੌੜ ਕੇ ਕਹਿੰਦਾ ਯੈਸ ਕਰਨਾ ਹੈ ਨਾਸ਼ਤਾ। ਕਹਿੰਦਾ ਉਹ ਫਿਰ ਗਈ ਅੰਦਰ, ਉਹਨੇ ਜਾ ਕੇ ਬ੍ਰੈਡਾਂ ਅੰਡੇ ਉਬਲੇ, ਕਹਿੰਦਾ ਨਾਲ ਜੈਮ ਵਗੈਰਾ ਲੈ ਕੇ ਆਈ। ਸਾਨੂੰ ਉੱਥੇ ਕੁਰਸੀਆਂ ਡੜੀਆਂ ਸੀ, ਉੱਥੇ ਟੇਬਲ 'ਤੇ ਰੱਖ ਕੇ ਦਿੱਤੀਆਂ। ਕਹਿੰਦਾ ਇਹ ਤੱਕੀ ਜੇ ਉਹਦੇ ਆਲੂ। ਇਹ ਕਹਿੰਦਾ ਬਾਬਾ ਮਨ ਤੇ ਚੱਸ ਆ ਗਈ, ਮੈਨੂੰ ਕੰਮ ਨਾਲੋਂ ਜ਼ਿਆਦਾ ਜਿਹੜਾ ਇਹ ਬਾਰ-ਬਾਰ ਸਾਹਮਣੇ ਆ ਰਹੀ ਹੈ ਨਾ, ਮੈਨੂੰ ਸਕੂਨ ਉਹਦੇ 'ਚ ਹੀ ਮਿਲ ਰਿਹਾ। ਕਹਿੰਦਾ ਮੈਂ ਕਿਹਾ ਭਾਈ ਜੀ ਕੰਮ ਵੱਲ ਵੀ ਧਿਆਨ ਕਰੋ, ਕਿਰੇ ਗੁੱਸੇ ਹੀ ਨਾ ਕਰ ਜਾਓ। ਕਹਿੰਦਾ ਨਹੀਂ ਗੁੱਸਾ ਕਰਦੀ ਆ, ਮੈਂ ਰੱਜਾਂ ਦੇ ਘਰ ਕੰਮ ਕੀਤੇ ਹੈ। ਕਹਿੰਦਾ ਮੈਂ ਕਿਹਾ ਠੀਕ ਹੈ। ਕਹਿੰਦਾ ਨਹੀਂ ਇਸ ਗੋਰੀ ਨੂੰ ਜਿਹੜਾ ਨਾ ਮੈਂ ਗੇਮ ਪਾ ਕੇ ਜਾਣੀ ਹੈ। ਉਹ ਕਹਿੰਦਾ ਭਾਈ ਜੀ ਕੀ ਕਰਦੇ ਹੋ, ਉਹਦਾ ਮੀਆਂ ਵੀ ਹੈ, ਤੁਸੀਂ ਇਹ ਕਿੰਝ ਕਰ ਸਕਦੇ ਹੋ? ਉਹ ਕਹਿੰਦਾ ਤੂੰ ਟੈਨਸ਼ਨ ਲੈ, ਤੂੰ ਦੇਖਦਾ ਜਾ ਬਸ। ਕਹਿੰਦਾ ਮੈਂ ਕਿਹਾ ਚਲੋ ਠੀਕ ਹੈ ਭਾਈ, ਦੇਖਦੇ ਹਾਂ ਤੁਹਾਡੇ ਨਾਲ ਤੁਸੀਂ ਕੀ ਕਰਦੇ ਹੋ। ਕਹਿੰਦਾ ਪਰ ਅਸੀਂ ਕੰਮ ਸ਼ੁਰੂ ਕਰ ਦਿੱਤਾ। ਕਹਿੰਦਾ 1-2 ਦਿਨ ਕੰਮ ਕੀਤਾ ਨਾ, ਕੰਧ ਵਾਵਾ ਚਾੜ ਲਈ, ਕਾਰੀਗਰ ਤੇ ਅੱਗੇ ਹੀ ਚੰਗਾ ਸੀ। ਕਹਿੰਦਾ ਗੋਰੀ ਆਈ ਧੁੱਪ ਸੀ। ਕਹਿੰਦਾ ਧੁੱਪੇ ਜਿਹੜਾ ਨਾ ਉਹ ਕੱਛੀ ਪਾ ਕੇ ਉੱਥੇ ਲੰਮੀ ਪਈ ਸੀ ਅੰਦਰ ਕਮਰੇ 'ਚ। ਕਹਿੰਦਾ ਸ਼ੀਸ਼ੇ 'ਚ ਸਾਨੂੰ ਨਜ਼ਰ ਆ ਰਹੀ ਸੀ ਅੰਦਰ। ਕਹਿੰਦਾ ਬਾਬਾ ਵੇਖ ਕਿੰਨਾ ਨਜ਼ਾਰਾ ਹੈ। ਕਹਿੰਦਾ ਮੈਨੂੰ ਕਹਿੰਦਾ 1 ਮਿੰਟ ਠਹਿਰ ਜਾ, ਮੈਂ ਅੰਦਰੋਂ ਹੋ ਕੇ ਆਇਓ। ਕਹਿੰਦਾ ਮੈਂ ਕਿਹਾ ਅੰਦਰ ਤੁਸੀਂ ਭਾਈ ਜੀ ਕਿੱਧਰ ਜਾਣਾ? ਉਹ ਲੰਮੀ ਪਈ ਹੈ ਸਕੂਨ ਨਾਲ, ਉਹਨੂੰ ਕਿਉਂ ਇਸ ਤਰ੍ਹਾਂ ਡਿਸਟਰਬ ਕਰਨਾ? ਉਹ ਕਹਿੰਦਾ ਤੂੰ ਠਹਿਰ ਜਾ, ਤੂੰ ਦੇਖ ਇਹਨੂੰ ਮੈਂ ਪਸਾਨਾ ਕਿੰਝ। ਕਹਿੰਦਾ ਅੰਦਰ ਟੁਰ ਗਿਆ। ਮੈਂ ਉੱਥੇ ਬਲਾਕ ਚੱਕ ਸਿੱਧੇ ਕਰਨ ਲੱਗ ਪਿਆ। ਕਹਿੰਦਾ ਇਸੇ ਅੰਦਰ ਗਿਆ, ਉਹਨੂੰ ਆਵਾਜ਼ ਆਈ ਪੈਰਾਂ ਦੀ, ਯਕਦਮ ਕਹਿੰਦਾ ਉਹ ਡਰ ਕੇ ਨਾ ਉੱਠ ਗਈ। ਕਹਿੰਦਾ ਹਾਲਾਂਕਿ ਉਹਨੇ ਕੰਡ ਤੇ ਕੋਈ ਸ਼ੈ ਨਹੀਂ ਸੀ, ਤੋਲੀਆ ਉਹਨੇ ਫਟਫਟ ਅੱਗੇ ਰੱਖ ਲਿਆ। ਕਹਿੰਦਾ ਤਾਂ ਕਿ ਕਹਿੰਦੀ ਕੀ ਹੈ? ਕਹਿੰਦਾ ਮੈਂ ਪਾਣੀ ਠੰਡਾ ਚਾਹੀਦਾ। ਕਹਿੰਦਾ ਉਹਨੇ ਤੱਕ ਲਿਆ ਸੀ, ਉਹਦੇ ਚਿਹਰੇ ਦੇ ਰਿਐਕਸ਼ਨ ਗੋਰੀ ਦੇ ਜਿਹੜੇ ਨਾ ਥੋੜ੍ਹੇ ਗੁੱਸੇ ਵਾਲੇ ਸੀ। ਕਹਿੰਦਾ ਮੈਨੂੰ ਪਾਣੀ ਚਾਹੀਦਾ ਠੰਡਾ ਦੇ। ਕਹਿੰਦੇ ਉੱਠ ਕੇ ਨਾ ਫਿਰ ਉਹਨੇ ਤੋਲੀਆ ਬੰਨ੍ਹ ਕੇ ਤੇ ਪਾਣੀ ਦਿੱਤਾ। ਕਹਿੰਦਾ ਚੁੱਪ ਕਰਕੇ ਬਾਹਰ ਲੈ ਗਿਆ। ਕਹਿੰਦਾ ਮੈਂ ਕਿਹਾ ਕੀ ਆ? ਕਹਿੰਦਾ ਤੂੰ ਟੈਨਸ਼ਨ ਨਾ ਲੈ, 1-2 ਵਾਰੀ ਜਿਹੜਾ ਇਸ ਤਰ੍ਹਾਂ ਕਰੇਗੀ, ਅਗਲੀ ਜਿਹੜੀ ਕਹਾਣੀ ਆ ਉਹ ਮੈਂ ਪਾ ਲਾਂਗਾ। ਕਹਿੰਦਾ ਬਹਰਹਾਲ ਮੈਂ ਕਿਹਾ ਠੀਕ ਹੈ ਭਾਈ ਜੀ, ਤੁਸੀਂ ਜੋ ਮਰਜ਼ੀ ਪੇ ਕਰੋ। ਕਹਿੰਦਾ ਮੇਰੇ ਦਿਮਾਗ 'ਚ ਇਹ ਗੱਲ ਆ ਗਈ ਕਿਧਰੇ ਪੈਸੇ ਹੀ ਨਾ ਜਾਂਦੇ ਰਹਿਣਾ ਤੂੰ। ਕਹਿੰਦਾ ਮੈਂ ਇਹਨੂੰ ਆਖਿਆ ਕਿ ਭਾਈ ਜੀ ਮੈਨੂੰ ਪਾਕਿਸਤਾਨ ਪੈਸਿਆਂ ਦੀ ਲੋੜ ਹੈ, ਤੁਸੀਂ ਇੰਝ ਕਰੋ 700-800 ਯੂਰੋ ਕਿਧਰੋਂ ਕਰ ਦਿਓ ਮੈਨੂੰ, ਤਾਂ ਕਿ ਮੈਂ ਪਾਕਿਸਤਾਨ ਪਾ ਦਿਆਂ, ਚਲੋ ਇਹ ਲੱਭਣਗੇ ਤੇ ਕਰ ਲਾਂਗੇ। ਉਹ ਕਹਿੰਦਾ ਟੈਨਸ਼ਨ ਹੀ ਕੋਈ ਨਹੀਂ, ਪੈਸੇ ਤੈਨੂੰ ਮੈਂ ਲੈ ਦੇਣਾ। ਕਹਿੰਦਾ ਉਹਨੇ ਪੈਸੇ ਉਦੋਂ PCO ਤੋਂ ਫੜ ਕੇ ਮੈਨੂੰ ਦਿੱਤੇ। ਕਹਿੰਦਾ ਪੈਸੇ ਜਿਹੜੇ ਮੈਂ ਘਰ ਉਹਦੇ ਸਾਹਮਣੇ ਪਾ ਦਿੱਤੇ। ਕਹਿੰਦਾ ਪੈਸੇ ਮੈਂ ਪਾ ਕੇ ਮੈਂ ਸਕੂਨ 'ਚ ਹੋ ਗਿਆ, ਹੁਣ ਜੋ ਮਰਜ਼ੀ ਪਿਆ ਕਰੇ। ਕਹਿੰਦਾ ਉੱਥੇ ਫਿਰ ਕੰਮ 'ਤੇ ਜਿਸ ਵੇਲੇ ਗਏ ਫਿਰ ਕਹਿੰਦਾ ਗੋਰੀ ਉਸੇ ਤਰ੍ਹਾਂ ਸਾਨੂੰ ਨਾਸ਼ਤਾ ਕਰਾਇਆ। ਕਹਿੰਦਾ ਅੱਗੂ ਉਹਨੂੰ ਕਹਿੰਦਾ ਕਿ ਤੇਰਾ ਫਿਗਰ ਬੜਾ ਸੋਹਣਾ। ਕਹਿੰਦਾ ਅੱਗੂ ਕਹਿੰਦੀ ਹੈ ਥੈਂਕ ਯੂ। ਕਹਿੰਦਾ ਬਈ ਬੜੀ ਸੋਹਣੀ ਹੈ ਤੂੰ। ਕਹਿੰਦਾ ਥੈਂਕ ਯੂ ਉਹ ਵਾਲਾ ਸ਼ੁਕਰੀਆ ਅਦਾ ਕਰੇ। ਕਹਿੰਦਾ ਬਾਰ-ਬਾਰ ਉਹਨੂੰ ਆਖੀ ਜੇ ਬਈ ਤੂੰ ਬੜੀ ਸੋਹਣੀ ਹੈ। ਕਹਿੰਦਾ ਅੱਗੂ ਉਹ ਇਹ ਹੀ ਆਖੇ ਕਿ ਥੈਂਕ ਯੂ। ਕਹਿੰਦਾ ਬਾਅਦ ਮੈਨੂੰ ਕਹਿੰਦਾ ਤੂੰ ਨਿਕਲ ਇੱਥੋਂ। ਕਹਿੰਦਾ ਮੈਨੂੰ ਕਹਿੰਦਾ ਜਾ ਕੇ ਬਲਾਕ ਚੱਕ ਰੱਖ। ਕਹਿੰਦਾ ਮੈਂ ਟੁਰ ਗਿਆ, ਜਾ ਕੇ ਬਲਾਕ ਵਗੈਰਾ ਰੱਖਣੇ ਸ਼ੁਰੂ ਕਰ ਦਿੱਤੇ। ਕਹਿੰਦਾ ਬਾਅਦ ਉਹਨੂੰ ਕਹਿੰਦਾ ਕਿ ਮੈਂ ਤੈਨੂੰ ਪਸੰਦ ਕਰਨਾ ਤੇ ਮੈਂ ਜਿਹੜਾ ਤੈਨੂੰ ਪਿਆਰ ਕਰਨਾ। ਉਹ ਕਹਿੰਦੀ ਅੱਗੂ ਤੈਨੂੰ ਪਤਾ ਨਹੀਂ ਹੈ ਮੇਰਾ ਤੇ ਮੀਆਂ ਵੀ ਹੈ, ਮੇਰਾ ਆਪਣਾ ਹਾਵਦ ਹੈ, ਤੇ ਤੂੰ ਮੇਰੇ ਨਾਲ ਪਿਆਰ ਕਿਸ ਤਰ੍ਹਾਂ ਕਰਨਾ? ਇੰਜ ਨਹੀਂ ਹੋ ਸਕਦਾ। ਕਹਿੰਦਾ ਨਹੀਂ ਫੇਰ ਵੀ ਮੈਂ ਤੈਨੂੰ ਪਿਆਰ ਕਰਨਾ। ਕਹਿੰਦਾ ਗੋਰੀ ਥੋੜ੍ਹੇ ਗੁੱਸੇ ਨਾਲ ਤਾਕ ਕੇ ਨਾ ਉਹਨੇ ਆਖਿਆ ਨਹੀਂ ਤੂੰ ਜਾ ਕੇ ਆਪਣਾ ਕੰਮ ਕਰ। ਕਹਿੰਦਾ ਚੁੱਪ ਕਰਕੇ ਆ ਕੇ ਕੰਮ ਕਰਨ ਲੱਗ ਪਿਆ। ਕਹਿੰਦਾ ਉਹਨੇ ਜਨਾਨੀ ਨੇ ਆਪਣੇ ਜਣੇ ਨੂੰ ਦੱਸ ਦਿੱਤੇ ਅਸੀਂ ਕਿ ਇਹ ਜਿਹੜਾ ਇਸ ਤਰ੍ਹਾਂ ਗੱਲ ਇਹਨੇ ਕੀਤੀ ਹੈ ਮੇਰੇ ਨਾਲ, ਕਿਉਂਕਿ ਗੋਰੇ ਜਿਹੜੇ ਨਾ ਆਪਣੇ ਇੱਕ ਦੂਜੇ ਤੋਂ ਛੁਪਾਉਂਦੇ ਨਹੀਂ ਹੈ ਜੇ ਇਹਨਾਂ ਦੇ ਅੰਦਰ ਮੈਲ ਨਹੀਂ ਹੁੰਦੀ। ਤੇ ਕਹਿੰਦਾ ਉਹ ਜਿਹੜਾ ਨਾ ਉਹਨੇ ਆਪਣੇ ਮੀਆਂ ਦੱਸਿਆ। ਕਹਿੰਦਾ ਸੁਬਾਹ ਜਿਸੇ ਉਹਨੇ ਸਾਨੂੰ ਤੱਕਿਆ ਨਾ ਤੇ ਬੜਾ ਘੂਰ ਕੇ ਪਿਆ ਥੱਕੇ। ਕਹਿੰਦਾ ਮੈਂ ਆਖਿਆ ਬਾਬਾ ਜੀ ਇਹਨੂੰ ਪਤਾ ਲੱਗ ਗਿਆ ਜਿਹਦੇ ਮੀਆਂ ਨੂੰ ਇਹਨੇ ਦੱਸ ਦਿੱਤਾ। ਉਹ ਕਹਿੰਦਾ ਕੋਈ ਨਹੀਂ ਦੱਸਦੀ, ਇੰਝ ਦੀਆਂ ਗੱਲਾਂ ਨਹੀਂ ਹੁੰਦੀਆਂ ਇੱਥੇ, ਇਹ ਇੱਕ ਦੂਜੇ ਨੂੰ ਸਿੱਧੀ ਗੱਲ ਨਹੀਂ ਦੱਸਦੇ, ਤੂੰ ਟੈਨਸ਼ਨ ਨਾ ਲੈ, ਤੂੰ ਚੁੱਪ ਕਰ ਜਾ, ਮੈਂ ਜਾਣਾ ਮੇਰਾ ਕੰਮ ਜਾਣਾ। ਉਹਨੇ ਕਿਹਾ ਠੀਕ ਆ ਭਾਈ ਤੂੰ ਜਾਣ, ਤੇਰਾ ਕੰਮ ਜਾਣੇ। ਕਹਿੰਦਾ ਉਹਨੇ ਨਾ ਮਸ਼ੀਨ 'ਚੋਂ ਕੱਢ ਕੇ ਨਾ ਕੱਪੜੇ ਉਹਨੇ ਬਾਹਰ ਤਾਰ 'ਤੇ ਉੱਥੇ ਪਾਏ ਸੀ। ਕਹਿੰਦਾ ਉਹਨਾਂ ਦਾ ਹਾਊਸ ਆ ਬਾਹਰ, ਉੱਥੇ ਧੁੱਪ ਪੈ ਰਹੀ ਸੀ। ਕਹਿੰਦਾ ਉਹਨੇ ਉੱਥੇ ਨਾ ਆਪਣੀਆਂ ਕੱਛੀਆਂ ਪਾਈਆਂ ਸੀ। ਕਹਿੰਦਾ ਉਧਰੋਂ ਗਿਆ ਜਾ ਕੇ ਨਾ ਕੋਈ ਸਮਾਨ ਲੈਣ, ਜਾ ਕੇ ਤੱਕਿਆ ਉਹਨੇ ਤਾਰ 'ਤੇ ਕੱਛੀਆਂ ਪਈਆਂ ਨੇ। ਕਹਿੰਦਾ ਕੱਛੀਆਂ ਚੁੱਕ ਕੇ ਨਾ ਤੇ ਉਹ ਸੁੰਘਣੀਆਂ ਸ਼ੁਰੂ ਕਰ ਦਿੱਤੀ ਉਸ। ਕਹਿੰਦਾ ਸੁੰਘ ਕੇ ਨਾ ਤੇ ਅੱਗੋਂ ਇੰਝ ਕਰੇ ਜਿਸ ਤਰ੍ਹਾਂ ਨਸ਼ਾ ਕੀਤੇ ਆ। ਕਹਿੰਦਾ ਕੱਛੀ ਚੁੱਕ ਕੇ ਨਾ ਤੇ ਮੇਰੇ ਕੋਲ ਆ ਗਿਆ, ਮੈਨੂੰ ਕਹਿੰਦਾ ਬਾਬਾ ਸੁੰਘ। ਕਹਿੰਦਾ ਮੈਂ ਕਿਹਾ ਭਾਈ ਜੀ ਕੀ ਕਰਦੇ ਹੋ, ਇਹ ਕਿਹੜਾ ਕੰਮ ਸ਼ੁਰੂ ਕਰ ਦਿੱਤਾ? ਉਹ ਕਹਿੰਦਾ ਤੂੰ ਸੁੰਘਦੇ ਸੀ। ਕਹਿੰਦਾ ਨਹੀਂ ਭਾਈ ਮੈਂ ਨਹੀਂ ਸੁੰਘਣੀ। ਕਹਿੰਦਾ ਇਤਨੀ ਦੇਰ ਨੂੰ ਉਹਦਾ ਜਿਹੜਾ ਮੀਆਂ ਨਾ ਉਹ ਘਰ ਸੀ। ਕਹਿੰਦਾ ਉਹਨੇ ਤੱਕ ਲਿਆ ਸੀ। ਕਹਿੰਦਾ ਮੇਰੀ ਨਜ਼ਰ ਉੱਧਰ ਪੈ ਗਈ ਸੀ ਕਿ ਉਹਦੇ ਮੀਆਂ ਨੇ ਤੱਕ ਲਿਆ। ਕਹਿੰਦਾ ਮੈਂ ਆਖਿਆ ਉਹਦੇ ਮੀਆਂ ਨੇ ਤੱਕ ਲਿਆ? ਉਹ ਕਹਿੰਦਾ ਉਹਨੇ ਕੋਈ ਤੱਕਿਆ, ਤੂੰ ਟੈਨਸ਼ਨ ਨਾ ਲੈ, ਉਹ ਮੈਨੂੰ ਪਸੰਦ ਕਰਦੀ ਹੈ, ਮੈਨੂੰ ਪਤਾ ਹੈ
ਮੇਰੇ ਨਾਲ ਸੈੱਟ ਹੋ ਜਾਈ। ਕਹਿੰਦਾ ਮੈਂ ਕਿਹਾ ਭਾਈ ਜੀ ਇੰਜ ਕਰੋ ਕੱਛੀ ਜਾ ਕੇ ਰੱਖ ਆਓ ਮਿਹਰਬਾਨੀ। ਕਹਿੰਦਾ ਮੈਨੂੰ ਤਾਂ ਕੰਮ ਲੱਭਿਆ ਸੀ, ਜਿਹੜੀ ਗੱਲ ਆਦਾ ਸੀ ਮੈਂ ਅੱਗੋਂ ਚੁੱਪ ਕਰ ਰਹਿੰਦਾ ਸਾਂ। ਕਹਿੰਦਾ ਉਹਨੇ ਕੱਛੀ ਜਿਹੜੀ ਹੈ ਨਾ ਆਪਣੀ ਜੇਬ 'ਚ ਪਾ ਲਈ। ਮੈਂ ਕਿਹਾ ਇਹ ਚੰਗਾ ਬੰਦਾ ਠਰਕੀ ਬਈ। ਕਹਿੰਦਾ ਪਰ ਅਸੀਂ ਇੱਥੇ ਕੰਮ ਕੀਤਾ, ਜਿਸੇ ਕੰਮ ਸਾਰਾ ਮੁੱਕ ਗਿਆ। ਕਹਿੰਦਾ ਸਾਰਾ ਮੁੱਕ ਕੇ ਫਿਰ ਵੀ ਇਹਦੇ ਹੱਥ ਕੋਨਾ ਉਹ ਆਈ। ਕਹਿੰਦਾ ਅੱਗੂ ਜਿਸੇ ਨੇ ਆਖਿਆ ਨਾ ਲੋ ਜੀ ਕੰਮ ਮੁੱਕ ਗਿਆ ਸਾਡੇ ਪੈਸੇ ਦਿਓ, ਉਹਨੇ ਆਖਿਆ ਨਹੀਂ ਪਹਿਲਾਂ ਇਹ ਥੋੜ੍ਹਾ ਕੰਮ ਇੱਥੋਂ ਰਹਿੰਦਾ। ਕਹਿੰਦਾ ਫਿਰ ਉਹ ਕੰਮ ਉੱਥੋਂ ਕਰਾਏ। ਕਹਿੰਦਾ ਫਿਰ ਕਹਿੰਦੇ ਇੱਧਰੋਂ ਥੋੜ੍ਹਾ ਕੰਮ ਰਹਿੰਦਾ। ਕਹਿੰਦਾ ਅੰਦਰੋਂ ਜਿਹੜਾ ਨਾ ਨਰਵਸ ਹੋਣਾ ਸ਼ੁਰੂ ਹੋ ਗਿਆ, ਇਹਨੂੰ ਪਤਾ ਲੱਗ ਗਿਆ ਕਿ ਹੁਣ ਜਿਹੜਾ ਨਾ ਇਹ ਕੰਮ ਲੰਮਾ ਪੇ ਕਰਦੇ ਨੇ। ਉਹ ਆਂਦਾ ਇਹ ਕੰਮ ਸਾਡੇ ਵਿੱਚ ਨਹੀਂ ਹੈ, ਇਹ ਕੰਮ ਸਾਡੇ 'ਚ ਨਹੀਂ ਹੈ। ਕਹਿੰਦਾ ਉਹਨਾਂ ਨੂੰ ਆਖੇ ਲੇਕਿਨ ਉਹ ਗੱਲ ਨਾ ਸੁਣ, ਨਹੀਂ ਇਹ ਵੀ ਤੁਸੀਂ ਕੰਮ ਕਰਨਾ ਸੀ, ਇਹ ਵੀ ਤੁਸੀਂ ਕੰਮ ਕਰਨਾ। ਕਹਿੰਦਾ ਚੰਗਾ ਭਲਾ ਉਹਨਾਂ ਫਾਲਤੂ ਸਾਡੇ ਕੋਲੋਂ ਕੰਮ ਕਰਾ ਲਿਆ, ਵਿਹੜੇ ਦੀਆਂ ਇੱਟਾਂ ਜਿਹੜੀਆਂ ਡਿੰਗੀਆਂ ਸੀ ਉਹ ਸਿੱਧੀਆਂ ਕਰਾ ਲਈਆਂ। ਕਹਿੰਦਾ ਮੈਂ ਕਿਹਾ ਭਾਈ ਜੀ ਇਹ ਤਾਂ ਯੱਬ ਨਿਕਲ ਗਈ, ਇੱਟਾਂ ਪੱਟ ਕੇ ਫਿਰ ਸਿੱਧੀਆਂ ਕੀਤੀਆਂ ਨੇ। ਕਹਿੰਦਾ ਯਾਰ ਮੈਨੂੰ ਆਪੂ ਨਹੀਂ ਸਮਝ ਆਉਂਦੀ ਇਹ ਕਿਉਂ ਕਰਦੇ ਨੇ ਪਏ। ਕਹਿੰਦਾ ਜਿਸ ਸਾਰਾ ਹੋ ਗਿਆ ਨਾ, ਕਹਿੰਦਾ ਫਿਰ ਜਿਸ ਵੇਲੇ ਪੈਸੇ ਲੈਣ ਵਾਸਤੇ ਗਿਆ ਨਾ, ਕਹਿੰਦਾ ਮੈਂ ਥੋੜ੍ਹਾ ਪਿੱਛੇ ਖਲੋਤਿਆ ਸਾਂ। ਕਹਿੰਦਾ ਜਾ ਕੇ ਕਹਿੰਦਾ ਵੀ ਪੈਸੇ ਦੇ ਦਿਓ ਹੁਣ। ਕਹਿੰਦਾ ਗੋਰੇ ਨੇ ਪਿੱਛੇ ਹਟ ਕੇ ਨਾ ਸੱਟਿਆ ਮੁੱਕਾ ਇਹਦੇ ਮੂੰਹ ਤੇ ਦੜਲ ਕਰਦਾ। ਕਹਿੰਦਾ ਚੁੱਕਿਆ ਉੱਥੇ ਜਾ ਪਿਆ। ਕਹਿੰਦਾ ਫਿਰ ਗੋਰਾ ਉੱਠ ਕੇ ਫਿਰ ਇੱਕ ਹੋਰ ਮੌਕਾ ਮਾਰਿਆ। ਕਹਿੰਦਾ ਬਾਅਦ 'ਚ ਨਾ ਗੋਰੇ ਨੇ ਇੰਜ ਐਕਸ਼ਨ ਕਰ ਲਿਆ, ਆ ਮੇਰੇ ਨਾਲ ਲੜ। ਕਹਿੰਦਾ ਮੇਰੇ ਤੇ ਤਾਕੇ ਤੋਤੇ ਹੀ ਉੱਡ ਗਏ। ਕਹਿੰਦਾ ਮੈਂ ਲਾਈ ਦੁੜਕੀ ਨੱਸ ਆਇਆ ਉੱਥੋਂ। ਕਹਿੰਦਾ ਸਰ ਮੈਂ ਨੱਸਿਆ, ਮਗਰ ਭਾਈ ਹੋਰੀ ਜਿਸ ਥੋੜ੍ਹੀ ਦੇਰ ਬਾਅਦ ਆਏ। ਕਹਿੰਦਾ ਚੰਗੇ ਭਲੇ ਉਹਦੇ ਖੋਨੇ ਸੁੱਜੇ। ਕਹਿੰਦਾ ਗੋਰੇ ਨੇ ਬੜਾ ਮਾਰਿਆ ਮੈਨੂੰ, ਅਤੇ ਪੈਸੇ ਵੀ ਉਹਨੇ ਕੋਈ ਨਹੀਂ ਦਿੱਤੇ। ਉਹਨੇ ਆਖਿਆ ਜਿਹੜੀਆਂ ਤੂੰ ਹਰਕਤਾਂ ਪਿਆ ਕਰਨਾ ਹੈ ਨਾ ਉਹ ਮੈਂ ਸਾਰੀਆਂ ਤੱਕੀਆਂ ਨੇ। ਕਹਿੰਦਾ ਉਹਨੇ ਮੇਰੀ ਜੇਬ 'ਚੋਂ ਕੱਛੀ ਵੀ ਕੱਢ ਲਈ ਹੈ। ਕਹਿੰਦਾ ਬਾਬਾ ਜੀ ਇਹ ਮਾੜਾ ਕੀਤਾ ਸੂ, ਜੇਬ 'ਚੋਂ ਕੱਛੀ ਨਹੀਂ ਉਹਨੂੰ ਕੱਢਣੀ ਚਾਹੀਦੀ। ਕਹਿੰਦਾ ਬਹਰਹਾਲ ਫਿਰ ਵੀ ਉਹ ਬਾਜ਼ ਨਹੀਂ ਸੀ ਆਇਆ। ਕਹਿੰਦਾ ਮੈਨੂੰ ਕਹਿੰਦਾ ਯਾਰ ਉਹਨੇ ਪੈਸੇ ਤਾਂ ਦਿੱਤੇ ਕੋਈ ਨਹੀਂ, ਇੰਝ ਕਰ ਜਿਹੜੇ ਤੂੰ ਪੈਸੇ ਪਾਕਿਸਤਾਨ ਭੇਜੇ ਨੇ ਉਹ ਤਾਂ ਮੈਨੂੰ ਤੂੰ ਪੈਸੇ ਦੇਣੇ ਹੀ ਦੇਣੇ ਨੇ। ਉਹਨੇ ਆਖਿਆ ਭਾਈ ਜੀ ਮੈਂ ਕਿੱਥੋਂ ਦੇਣੇ ਨੇ ਪੈਸੇ, ਮੈਂ ਤਾਂ ਤੁਹਾਡੇ ਨਾਲ ਕੰਮ ਸਾਰਾ ਕਰਾਇਆ ਸੋ ਫਾਲਤੂ ਕਰਾ ਕੇ ਆਇਆ। ਤੁਹਾਡੀ ਲੜਾਈ ਹੋਈ ਹੈ ਜਿਸ ਵਜ੍ਹਾ ਤੋਂ ਹੋਈ ਹੈ, ਤੁਹਾਡੀ ਗਲਤੀ ਹੈ, ਮੇਰੀ ਗਲਤੀ ਤਾਂ ਨਹੀਂ। ਜੇ ਤੁਸੀਂ ਆਖਦੇ ਹੋ ਤਾਂ ਜਾ ਕੇ ਮਕਾਨ 'ਤੇ ਹੱਲ ਕਰਵਾ ਲੈਂਦੇ ਆ। ਉਹ ਕਹਿੰਦਾ ਨਾ ਨਾ ਯਾਰ ਜਾ ਕੇ ਉੱਥੇ ਨਾ ਦੱਸੀ, ਮੇਰੀ ਬੇਇੱਜ਼ਤੀ ਹੋਵੇਗੀ, ਤੂੰ ਹੁਣ ਗੱਲ ਇਸ ਨੂੰ ਦੱਬ ਜਾ ਅਤੇ ਰਹਿਣ ਦੇ ਇਸ ਗੱਲ ਨੂੰ। ਅਤੇ ਕਹਿੰਦਾ ਫਿਰ ਬਹਰਹਾਲ ਉਹਨੇ ਗੱਲ ਦੱਬ ਦਿੱਤੀ। ਕਹਿੰਦਾ ਉਸ ਤੋਂ ਬਾਅਦ ਮੈਨੂੰ ਕੰਮ 'ਤੇ ਖੜਦਾ ਰਿਹਾ, ਲੇਕਿਨ ਆਪੂ ਵੀ ਲੋਕਾਂ ਦੇ ਘਰ ਜਾ ਕੇ ਬੰਦੇ ਦਾ ਪੁੱਤਰ ਬਣ ਕੇ ਰਿਹਾ, ਫਿਰ ਕੰਮ ਕਰਦਾ ਰਿਹਾ। ਇਸ ਵਾਸਤੇ ਇੰਝ ਨਹੀਂ ਕਰਨਾ ਚਾਹੀਦਾ, ਕਿਸੇ ਦੇ ਘਰ ਕੰਮ ਕਰਨ ਜਾਂਦੇ ਹੋ ਇਹਤਿਆਤ ਕਰੋ। ਬਾਕੀ ਤੁਸੀਂ ਭੁੰਡੀ ਸ਼ੁੰਡੀ ਕਰਨੀ ਹੈ ਬਾਹਰ ਪੇ ਕਰੋ। ਅਗਰ ਮੇਰੀ ਵੀਡੀਓ ਅੱਛੀ ਲੱਗੀ ਹੋਵੇ ਤਾਂ ਪਲੀਜ਼ ਯਾਰ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ। ਬਾਕੀ ਦੁਆਵਾਂ 'ਚ ਯਾਦ ਰੱਖਿਆ ਕਰੋ, ਆਪਣੀ ਸਿਹਤ ਦਾ ਲਾਜ਼ਮੀ ਖਿਆਲ ਰੱਖਿਆ ਕਰੋ। ਕੋਈ ਛੋਟੀ ਮੋਟੀ ਗਲਤੀ ਹੋ ਜਾਏ ਤਾਂ ਮਾफ़ी ਚਾਹਨਾ, ਪ੍ਰੋਫੈਸ਼ਨਲ नहीं। कोशिश करना ਤੁਹਾਡੇ ਵਾਸਤੇ ਅੱਛੀ ਵੀਡੀਓ ਬਣਾ। ਆਪਣੀ ਸਿਹਤ ਦਾ ਖਿਆਲ ਰੱਖਿਓ। ਅੱਲਾ ਹਾਫਿਜ਼।